ਬਾਬਾ ਜੀ ਦੇ ਸਾਰੇ ਭਗਤਾਂ ਨੂੰ ਜੈ ਬਾਬਾ ਜੀ ਦੀ। ਅੱਜ ਅਸੀਂ ਤੁਹਾਨੂੰ ਬਾਬਾ ਬਾਲਕ ਨਾਥ ਜੀ ਦੀ ਅਮਰ ਕਥਾ ਦਾ ਦੂਸਰਾ ਭਾਗ ਸੁਣਾਉਣ ਜਾ ਰਹੇ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਦੇ ਚਰਨਾਂ ਵਿੱਚ ਬੇਨਤੀ ਹੈ, ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਲਾਈਕ ਕਰਨਾ। ਜੇਕਰ ਆਪ ਸਭ ਦਾ ਸਾਥ ਰਿਹਾ ਤਾਂ ਆਪ ਜੀ ਨੂੰ ਅਸੀਂ ਬਾਬਾ ਬਾਲਕ ਨਾਥ ਜੀ ਦੀ ਗੁਫਾ ਦੇ ਲਾਈਵ ਦਰਸ਼ਨ ਕਰਵਾਉਣ ਦਾ ਵੀ ਯਤਨ ਕਰਾਂਗੇ। ਬਹੁਤ ਪਹਿਲਾਂ ਯੁਗਾਂ ਦੀ ਗੱਲ ਹੈ ਕਿ ਭਗਵਾਨ ਸ਼ਿਵ ਕਿਤੇ ਬਾਹਰ ਗਏ ਸਨ ਅਤੇ ਮਾਤਾ ਪਾਰਵਤੀ ਜੀ ਕੈਲਾਸ਼ ਵਿੱਚ ਇਕੱਲੇ ਸਨ। ਉਸ ਵਕਤ ਨਾਰਦ ਜੀ ਕੈਲਾਸ਼ ਆ ਗਏ ਅਤੇ ਮਾਤਾ ਜੀ ਨੂੰ ਪ੍ਰਣਾਮ ਕੀਤਾ ਅਤੇ ਨਾਰਦ ਜੀ ਬੋਲੇ, ਤੁਸੀਂ ਇਕੱਲੇ ਬੈਠੇ ਹੋ, ਭਗਵਾਨ ਸ਼ਿਵ ਨਜ਼ਰ ਨਹੀਂ ਆ ਰਹੇ। ਮਾਤਾ ਜੀ ਨੇ ਕਿਹਾ, ਉਹ ਬਾਹਰ ਗਏ ਹਨ। ਨਾਰਦ ਜੀ, ਮਾਤਾ ਜੀ, ਮੈਂ ਆਪ ਨਾਲ ਇੱਕ ਗੱਲ ਕਰਨੀ ਚਾਹੁੰਦਾ ਹਾਂ। ਆਪ ਦੇ ਫਾਇਦੇ ਦੀ ਗੱਲ ਹੈ, ਜੇ ਹੁਕਮ ਹੋਵੇ ਤਾਂ ਕਹਾਂ। ਮਾਤਾ ਜੀ ਨੇ ਕਿਹਾ, ਨਾਰਦ ਜੀ, ਜੋ ਕਹਿਣਾ ਚਾਹੁੰਦੇ ਹੋ ਬੇਝਿਜਕ ਕਹੋ। ਨਾਰਦ ਜੀ ਨੇ ਕਿਹਾ, ਮਾਤਾ ਜੀ, ਤੁਸੀਂ ਬਹੁਤ ਭੋਲੇ ਹੋ। ਸ਼ੰਕਰ ਜੀ ਆਪ ਜੀ ਦਾ ਭਲਾ ਨਹੀਂ ਕਰ ਰਹੇ। ਮਾਤਾ ਪਾਰਵਤੀ ਜੀ ਨੇ ਹੈਰਾਨ ਹੋ ਕੇ ਪੁੱਛਿਆ, ਨਾਰਦ ਜੀ, ਤੁਸੀਂ ਜਾਣਦੇ ਹੋ ਤੁਸੀਂ ਕੀ ਕਹਿ ਰਹੇ ਹੋ? ਕਿਹੋ ਜਿਹੀਆਂ ਅਜੀਬ ਗੱਲਾਂ ਕਰ ਰਹੇ ਹੋ? ਨਾਰਦ ਜੀ ਨੇ ਕਿਹਾ, ਵੇਖੋ ਮਾਤਾ ਜੀ, ਤੁਸੀਂ ਆਪ ਸਿਆਣੇ ਹੋ। ਭਗਵਾਨ ਸ਼ੰਕਰ ਆਪ ਤਾਂ ਅਮਰ ਹਨ ਅਤੇ ਆਉਣ ਜਾਣ ਦੇ ਚੱਕਰ ਤੋਂ ਮੁਕਤ ਹਨ, ਪਰ ਆਪ ਨੂੰ ਵਾਰ-ਵਾਰ ਜਨਮ ਲੈਣਾ ਪੈਂਦਾ ਹੈ। ਭਗਵਾਨ ਸ਼ਿਵ ਦੇ ਕੋਲ ਇੱਕ ਕਥਾ ਹੈ ਜਿਸ ਨੂੰ ਅਮਰ ਕਥਾ ਕਿਹਾ ਜਾਂਦਾ ਹੈ। ਜੋ ਵੀ ਜੀਵ ਉਸ ਨੂੰ ਸੁਣ ਲੈਂਦਾ ਹੈ ਉਹ ਜਨਮ ਮਰਨ ਦੇ ਚੱਕਰ ਤੋਂ ਛੁੱਟ ਜਾਂਦਾ ਹੈ ਅਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਨਾਰਦ ਜੀ ਮਾਤਾ ਪਾਰਵਤੀ ਜੀ ਨੂੰ ਆਪਣੀਆਂ ਗੱਲਾਂ ਨਾਲ ਭੜਕਾ ਕੇ ਚਲੇ ਗਏ। ਮਾਤਾ ਪਾਰਵਤੀ ਜੀ ਬਹੁਤ ਗੁੱਸੇ ਵਿੱਚ ਸੀ। ਘੁੰਮਦੇ ਘੁੰਮਦੇ ਭਗਵਾਨ ਸ਼ਿਵ ਵੀ ਉੱਥੇ ਆ ਗਏ। ਮਾਤਾ ਜੀ ਨੇ ਪ੍ਰਣਾਮ ਕਰ ਭਗਵਾਨ ਸ਼ੰਕਰ ਦੇ ਪੈਰ ਫੜ ਲਏ। ਭਗਵਾਨ ਸ਼ੰਕਰ ਨੇ ਹੈਰਾਨੀ ਨਾਲ ਪੁੱਛਿਆ, ਅੱਜ ਕੀ ਗੱਲ ਹੈ? ਤੁਸੀਂ ਕਾਫੀ ਉਦਾਸ ਲੱਗ ਰਹੇ ਹੋ। ਇਹ ਗੱਲ ਸੁਣ ਮਾਤਾ ਪਾਰਵਤੀ ਜੀ ਨੇ ਕਿਹਾ, ਸੁਆਮੀ, ਆਪ ਇਸ ਜਗਤ ਦੇ ਮਾਲਕ ਹੋ। ਤੁਹਾਡੀ ਪੂਜਾ ਕਰਕੇ ਹੀ ਸੰਸਾਰ ਆਪਣੀਆਂ ਇੱਛਾ ਪੂਰੀਆਂ ਕਰਦਾ ਹੈ। ਜੋ ਵੀ ਜੀਵ ਦਿਲੋਂ ਤੁਹਾਡੀ ਭਗਤੀ ਕਰਦਾ ਹੈ ਉਸ ਦੀ ਹਰ ਇੱਛਾ ਪੂਰੀ ਹੁੰਦੀ ਹੈ। ਮੈਂ ਆਪ ਦੀ ਪਤਨੀ ਹਾਂ ਤੇ ਆਪ ਨੂੰ ਆਪਣੀ ਪਤਨੀ ਤੋਂ ਕੋਈ ਗੱਲ ਲੁਕਾਉਣੀ ਨਹੀਂ ਚਾਹੀਦੀ। ਮੈਨੂੰ ਮੇਰਾ ਹੱਕ ਮਿਲਣਾ ਚਾਹੀਦਾ ਹੈ। ਭਗਵਾਨ ਸ਼ੰਕਰ ਸਮਝ ਗਏ ਕਿ ਨਾਰਦ ਦਾ ਗੇੜਾ ਪੈ ਗਿਆ ਹੈ। ਭੋਲੇ ਨਾਥ ਜੀ ਨੇ ਕਿਹਾ, ਸਾਫ਼-ਸਾਫ਼ ਕਹੋ ਜੋ ਕਹਿਣਾ ਹੈ। ਫਿਰ ਪਾਰਵਤੀ ਜੀ ਬੋਲੇ, ਨਾਰਦ ਜੀ ਆਏ ਸਨ, ਉਹਨਾਂ ਦੱਸਿਆ ਆਪ ਕੋਲ ਇੱਕ ਕਥਾ ਹੈ ਜਿਸ ਨੂੰ ਸੁਣ ਕੇ ਜੀਵ ਅਮਰ ਹੋ ਜਾਂਦਾ ਹੈ, ਫਿਰ 84 ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ। ਆਪ ਤਾਂ ਅਮਰ ਹੋ, ਮੈਨੂੰ ਵਾਰ-ਵਾਰ ਜਨਮ ਲੈਣਾ ਪੈਂਦਾ ਹੈ ਅਤੇ ਹਰ ਵਾਰ ਆਪ ਦੀ ਪਤਨੀ ਬਣਦੀ ਹਾਂ। ਆਪ ਮੇਰੇ ਉੱਪਰ ਕਿਰਪਾ ਕਰੋ, ਮੈਨੂੰ ਵੀ ਇਸ ਚੱਕਰ ਤੋਂ ਮੁਕਤ ਕਰੋ। ਆਪ ਮੈਨੂੰ ਵੀ ਅਮਰ ਕਥਾ ਸੁਣਾ ਦਿਓ, ਜਿਸ ਨਾਲ ਮੈਂ ਵੀ ਅਮਰ ਹੋ ਜਾਵਾਂ। ਭਗਵਾਨ ਸ਼ੰਕਰ ਜੀ ਕਹਿਣ ਲੱਗੇ ਕਿ ਪ੍ਰਾਣੀ ਆਪਣੇ ਲਾਲਚ ਕਾਰਨ ਸੰਸਾਰ ਮਾਇਆ ਵਿੱਚ ਫਸਿਆ ਹੈ। ਕਿਸੇ ਨੂੰ ਆਪਣੇ ਪੈਸੇ ਦਾ ਮੋਹ, ਕਿਸੇ ਨੂੰ ਔਲਾਦ ਦਾ, ਤਾਂ ਹੀ ਸਭ ਭਵਸਾਗਰ ਤੋਂ ਪਾਰ ਨਹੀਂ ਹੋ ਪਾਉਂਦੇ। ਆਪਣੇ ਵਕਾਰ ਕਾਰਨ ਭਟਕ ਰਹੇ ਹਨ। ਜੋ ਰੱਬ ਦੀ ਭਗਤੀ ਕਰਦਾ ਹੈ, ਚੰਗੇ ਕੰਮ ਕਰਦਾ ਹੈ, ਸਦਾ ਭਗਵਾਨ ਦੀ ਭਗਤੀ ਵਿੱਚ ਲੀਨ ਰਹੇ, ਉਸ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਮੈਂ ਵੀ ਆਪਣੀ ਭਗਤੀ ਸੇਵਾ ਕਾਰਨ ਹੀ ਅਮਰ ਹੋਇਆ ਹਾਂ ਤੇ ਤੁਹਾਨੂੰ ਵੀ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਭਗਵਾਨ ਸ਼ੰਕਰ ਜੀ ਨੇ ਮਾਤਾ ਪਾਰਵਤੀ ਜੀ ਨੂੰ ਬਹੁਤ ਟਾਲ ਮਟੋਲ ਕੀਤਾ, ਪਰ ਮਾਤਾ ਜੀ ਆਪਣੀ ਗੱਲ ਉੱਪਰ ਅੜੇ ਰਹੇ। ਅਮਰ ਕਥਾ ਮੈਂ ਸੁਣਨੀ ਹੈ ਤਾਂ ਸੁਣਨੀ ਹੈ, ਇਸ ਤੋਂ ਬਿਨਾਂ ਕੋਈ ਹੱਲ ਨਹੀਂ। ਤਾਂ ਭਗਵਾਨ ਸ਼ੰਕਰ ਜੀ ਨੂੰ ਹਾਂ ਕਰਨੀ ਪਈ ਅਤੇ ਅਗਲੀ ਗੱਲ ਉਹ ਸੋਚਣ ਲੱਗੇ ਕਿ ਕੋਈ ਇਸ ਤਰ੍ਹਾਂ ਦੀ ਜਗ੍ਹਾ ਹੋਵੇ ਜਿੱਥੇ ਜੀਵ ਤਾਂ ਕੀਟ ਪਤੰਗਾ ਵੀ ਨਾ ਹੋਵੇ। ਹਰ ਪੱਖ ਸੋਚਣ ਤੋਂ ਬਾਅਦ ਭੋਲੇ ਨਾਥ ਜੀ ਨੂੰ ਬਿਆਸ ਦੀ ਗੁਫਾ ਯਾਦ ਆਈ, ਜੋ ਕਿ ਸੁਰੱਖਿਅਤ ਸੀ, ਜਿੱਥੇ ਨਾ ਕੋਈ ਆ ਸਕੇ ਨਾ ਜਾ ਸਕੇ। ਭਗਵਾਨ ਸ਼ਿਵ ਜੀ ਨੇ ਨਿਰਣਾ ਕੀਤਾ ਕਿ ਅਮਰ ਕਥਾ ਸੁਣਾਉਣ ਲਈ ਠੀਕ ਰਹੇਗੀ, ਜਿਸ ਨੂੰ ਹੁਣ ਅਮਰਨਾਥ ਕਹਿੰਦੇ ਹਨ। ਇੱਥੇ ਭਗਵਾਨ ਸ਼ਿਵ ਨੇ ਮਾਤਾ ਪਾਰਵਤੀ ਜੀ ਨੂੰ ਅਮਰ ਕਥਾ ਸੁਣਾਈ ਸੀ, ਜਿਸ ਕਰਕੇ ਇਸ ਜਗ੍ਹਾ ਦਾ ਨਾਮ ਅਮਰਨਾਥ ਪੈ ਗਿਆ, ਜਿੱਥੇ ਹੁਣ ਪੂਰੀ ਦੁਨੀਆ ਲੱਖਾਂ ਸ਼ਰਧਾਲੂ ਦਰਸ਼ਨ ਕਰਨ ਆਉਂਦੇ ਹਨ, ਜੋ ਭਾਰਤ ਦੇ ਬਰਫੀਲੇ ਪਹਾੜੀ ਇਲਾਕੇ ਵਿੱਚ ਸਥਿਤ ਹੈ ਅਤੇ ਸਾਉਣ ਦੇ ਮਹੀਨੇ ਭਾਰੀ ਮੇਲਾ ਲੱਗਦਾ ਹੈ।
ਹੁਣ ਭਗਵਾਨ ਸ਼ੰਕਰ ਮਾਤਾ ਪਾਰਵਤੀ ਜੀ ਨੂੰ ਨਾਲ ਲੈ ਕੇ ਬਿਆਸ ਗੁਫਾ ਕੋਲ ਪਹੁੰਚ ਗਏ। ਭਗਵਾਨ ਸ਼ੰਕਰ ਜੀ ਨੇ ਆਪਣੀ ਸ਼ਕਤੀ ਨਾਲ ਸਾਰੀ ਗੁਫਾ ਵਿੱਚ ਅੱਗ ਬਾਲ ਦਿੱਤੀ ਤਾਂ ਕਿ ਸਭ ਜੀਵ ਜੰਤੂ ਜਾਂ ਕੀਟ ਪਤੰਗਾ ਉੱਥੋਂ ਸਭ ਭੱਜ ਜਾਣ। ਜਦੋਂ ਸ਼ੰਕਰ ਜੀ ਨੂੰ ਤਸੱਲੀ ਹੋ ਗਈ ਕਿ ਹੁਣ ਤਾਂ ਕੁਝ ਵੀ ਇੱਥੇ ਨਹੀਂ ਰਿਹਾ ਤਾਂ ਪਾਰਵਤੀ ਮਾਤਾ ਜੀ ਗੁਫਾ ਅੰਦਰ ਦਾਖਲ ਹੋਏ, ਪਰ ਫਿਰ ਵੀ ਇੱਕ ਮਾਦਾ ਤੋਤੇ ਦਾ ਕੱਚਾ ਆਂਡਾ ਖੁੱਡ ਵਿੱਚ ਪਿਆ ਰਹਿ ਗਿਆ। ਕੁਝ ਲੇਖਕਾਂ ਦਾ ਮਤ ਹੈ ਕਿ ਆਂਡਾ ਕਬੂਤਰੀ ਦਾ ਸੀ ਤੇ ਉਸ ਪੀੜ੍ਹੀ ਦੇ ਕਬੂਤਰ ਅੱਜ ਵੀ ਗੁਫਾ 'ਤੇ ਹੁੰਦੇ ਹਨ। ਸੁੰਦਰ ਚਿੱਟੇ ਰੰਗ ਦੇ ਕਬੂਤਰ ਅੱਜ ਵੀ ਵਾਕਿਆ ਹੀ ਗੁਫਾ 'ਤੇ ਮੌਜੂਦ ਹਨ, ਜੋ ਲੇਖਕ ਨੇ ਅੱਖੀਂ ਵੇਖੇ ਹਨ। ਜਦ ਭਗਵਾਨ ਸ਼ੰਕਰ ਜੀ ਨੂੰ ਯਕੀਨ ਹੋ ਗਿਆ ਕਿ ਕੋਈ ਹੋਰ ਜੀਵ ਉੱਥੇ ਕਥਾ ਸੁਣਨ ਵਾਲਾ ਨਹੀਂ ਹੈ, ਭਗਵਾਨ ਜੀ ਆਸਣ 'ਤੇ ਬੈਠ ਗਏ। ਨਾਲ ਹੀ ਉਹਨਾਂ ਨੇ ਮਾਤਾ ਪਾਰਵਤੀ ਜੀ ਬੈਠ ਗਏ। ਭਗਵਾਨ ਸ਼ੰਕਰ ਜੀ ਨੇ ਮਾਤਾ ਪਾਰਵਤੀ ਜੀ ਨੂੰ ਕਿਹਾ, ਹੁਣ ਮੈਂ ਅਮਰ ਕਥਾ ਆਰੰਭ ਕਰਦਾ ਹਾਂ ਤੇ ਤੁਸੀਂ ਧਿਆਨ ਨਾਲ ਸੁਣਿਓ। ਮੇਰੀ ਕਥਾ ਦਾ ਹੂੰ ਹਾਂ ਵਿੱਚ ਹੁੰਗਾਰਾ ਭਰਦੇ ਰਹੋ ਤਾਂ ਕਿ ਮੈਨੂੰ ਪਤਾ ਲੱਗਦਾ ਰਹੇ ਕਿ ਤੁਸੀਂ ਕਥਾ ਸੁਣ ਰਹੇ ਹੋ। ਕੁਝ ਦੇਰ ਬਾਅਦ ਮਾਤਾ ਪਾਰਵਤੀ ਜੀ ਹੂੰ ਹਾਂ ਵਿੱਚ ਜਵਾਬ ਦਿੰਦੇ ਰਹੇ, ਪਰ ਕੁਝ ਸਮੇਂ ਬਾਅਦ ਉਹਨਾਂ ਨੂੰ ਨੀਂਦ ਆ ਗਈ। ਭਗਵਾਨ ਸ਼ੰਕਰ ਜੀ ਨੂੰ ਪਤਾ ਹੀ ਨਾ ਚੱਲਿਆ ਕਿ ਜੋ ਤੋਤੀ ਦਾ ਆਂਡਾ ਬਚ ਗਿਆ ਸੀ ਮਾਤਾ ਪਾਰਵਤੀ ਜੀ ਦੇ ਆਸਣ ਥੱਲੇ ਹੀ ਖੁੱਡ ਵਿੱਚ ਸੀ, ਉਸ ਵਿੱਚ ਬੱਚਾ ਪੈਦਾ ਹੋ ਗਿਆ ਅਤੇ ਮਾਤਾ ਪਾਰਵਤੀ ਜੀ ਦੀ ਥਾਂ ਹੂੰ ਹਾਂ ਦਾ ਹੁੰਗਾਰਾ ਭਰਨ ਲੱਗਾ। ਜਦੋਂ ਕਥਾ ਖਤਮ ਹੋਈ ਤਾਂ ਭਗਵਾਨ ਸ਼ੰਕਰ ਜੀ ਕਹਿਣ ਲੱਗੇ, ਗੌਰੀ ਹੁਣ ਤੂੰ ਖੁਸ਼ ਹੈ, ਹੁਣ ਤੂੰ ਅਮਰ ਹੋ ਗਈ ਹੈ। ਮਾਤਾ ਪਾਰਵਤੀ ਜੀ ਨੇ ਅੱਖ ਖੋਲ੍ਹੀ ਤੇ ਹੈਰਾਨੀ ਨਾਲ ਬੋਲੇ, ਮੈਂ ਤਾਂ ਪੂਰੀ ਕਥਾ ਸੁਣੀ ਹੀ ਨਹੀਂ, ਮੈਨੂੰ ਤਾਂ ਨੀਂਦ ਆ ਗਈ ਸੀ। ਤਾਂ ਭਗਵਾਨ ਸ਼ਿਵ ਜੀ ਨੇ ਗੁੱਸੇ ਵਿੱਚ ਕਿਹਾ, ਤਾਂ ਹੂੰ ਹਾਂ ਦਾ ਹੁੰਗਾਰਾ ਕੌਣ ਦੇ ਰਿਹਾ ਸੀ? ਹਾਲੇ ਭਗਵਾਨ ਸ਼ੰਕਰ ਜੀ ਸੋਚ ਹੀ ਰਹੇ ਸਨ ਕਿ ਤੋਤੇ ਦਾ ਬੱਚਾ ਉੱਥੋਂ ਉੱਡ ਗਿਆ। ਫਿਰ ਸ਼ੰਕਰ ਜੀ ਨੂੰ ਅਸਲ ਗੱਲ ਸਮਝ ਵਿੱਚ ਆਈ। ਗੁੱਸੇ ਵਿੱਚ ਸ਼ੰਕਰ ਜੀ ਪੰਛੀ ਨੂੰ ਮਾਰਨ ਉਸ ਦੇ ਪਿੱਛੇ ਦੌੜੇ। ਪੰਛੀ ਅੱਗੇ ਅੱਗੇ ਉੱਡ ਰਿਹਾ ਸੀ ਤੇ ਭਗਵਾਨ ਸ਼ਿਵ ਜੀ ਤ੍ਰਿਸ਼ੂਲ ਲੈ ਕੇ ਪਿੱਛੇ ਪਿੱਛੇ। ਪੰਛੀ ਚਾਰੇ ਦਿਸ਼ਾਵਾਂ ਵਿੱਚ ਉੱਡਦਾ ਰਿਹਾ, ਪਰ ਉਸ ਨੂੰ ਲੁਕਣ ਦੀ ਕੋਈ ਚੰਗੀ ਥਾਂ ਨਾ ਲੱਭੀ। ਪੰਛੀ ਭਗਵਾਨ ਸ਼ਿਵ ਤੋਂ ਡਰਦਾ ਇੱਧਰ ਉੱਧਰ ਦੇਖ ਰਿਹਾ ਸੀ, ਪਰ ਉਸ ਦੀ ਲੀਲਾ ਉਹ ਹੀ ਜਾਣੇ। ਉੱਧਰ ਰਿਸ਼ੀ ਵੈਦ ਵਿਆਸ ਦੀ ਧਰਮ ਪਤਨੀ ਆਪਣੇ ਘਰ ਦੀ ਛੱਤ 'ਤੇ ਖੜੀ ਸੀ। ਉਹਨਾਂ ਨੇ ਉਵਾਸੀ ਲਈ ਅਜੇ ਮੂੰਹ ਹੀ ਖੋਲ੍ਹਿਆ ਸੀ ਕਿ ਤੋਤਾ ਮੂੰਹ ਰਾਹੀਂ ਅੰਦਰ ਚਲਾ ਗਿਆ। ਉੱਧਰੋਂ ਭਗਵਾਨ ਸ਼ੰਕਰ ਜੀ ਵੀ ਉੱਥੇ ਪਹੁੰਚ ਗਏ। ਭਗਵਾਨ ਬਹੁਤ ਗੁੱਸੇ ਵਿੱਚ ਸਨ। ਉਹਨਾਂ ਰਿਸ਼ੀ ਦੀ ਪਤਨੀ ਨੂੰ ਕਿਹਾ, ਤੁਸੀਂ ਮੇਰਾ ਸ਼ਿਕਾਰ ਵਾਪਸ ਕਰੋ ਜੋ ਆਪ ਦੇ ਕੋਲ ਲੁਕ ਕੇ ਬੈਠਾ ਹੈ। ਇਸ ਧੋਖੇਬਾਜ਼ ਨੂੰ ਮੈਂ ਮਾਰਨਾ ਹੈ। ਰਿਸ਼ੀ ਦੀ ਪਤਨੀ ਨੇ ਕਿਹਾ, ਮਹਾਰਾਜ ਮੇਰੇ ਕੋਲ ਆਪ ਦਾ ਕੋਈ ਪੰਛੀ ਨਹੀਂ ਹੈ। ਭਗਵਾਨ ਸ਼ਿਵ ਨੇ ਕਿਹਾ, ਮੇਰਾ ਪੰਛੀ ਰੂਪ ਬਦਲ ਕੇ ਆਪ ਦੇ ਪੇਟ ਵਿੱਚ ਲੁਕ ਕੇ ਬੈਠਾ ਹੈ, ਮੈਂ ਉਸ ਨੂੰ ਕਦੇ ਨਹੀਂ ਛੱਡਾਂਗਾ। ਇਤਨਾ ਕਹਿ ਕੇ ਭਗਵਾਨ ਸ਼ਿਵ ਨੇ ਰਿਸ਼ੀ ਦੀ ਕੁੱਲੀ ਦੇ ਬਾਹਰ ਧੂਣਾ ਲਗਾ ਲਿਆ ਅਤੇ ਉੱਥੇ ਬੈਠ ਗਏ। ਆਖਰ ਕਦ ਤੱਕ ਮੇਰਾ ਸ਼ਿਕਾਰ ਬਾਹਰ ਨਹੀਂ ਆਉਂਦਾ? ਇਸ ਤਰ੍ਹਾਂ ਕਈ ਦਿਨ ਮਹੀਨੇ ਬੀਤ ਗਏ, ਪਰ ਪੰਛੀ ਬਾਹਰ ਨਹੀਂ ਆਇਆ। ਉਸ ਸਮੇਂ ਰਿਸ਼ੀ ਵੈਦ ਵਿਆਸ ਜੀ ਜੰਗਲ ਵਿੱਚ ਤਪੱਸਿਆ ਕਰਨ ਗਏ ਸਨ। ਤਪੱਸਿਆ ਕਰਨ ਤੋਂ ਬਾਅਦ ਜਦ ਰਿਸ਼ੀ ਵਾਪਸ ਘਰ ਆਏ ਤਾਂ ਦੇਖਦੇ ਹਨ ਕਿ ਭਗਵਾਨ ਸ਼ਿਵ ਬਾਹਰ ਡੇਰਾ ਲਾ ਕੇ ਬੈਠੇ ਹਨ। ਉਹਨਾਂ ਨੂੰ ਦੇਖ ਕੇ ਬੜੀ ਖੁਸ਼ੀ ਹੋਈ। ਭਗਵਾਨ ਸ਼ਿਵ ਨੂੰ ਦੋਵੇਂ ਹੱਥ ਜੋੜ ਕੇ ਪ੍ਰਣਾਮ ਕੀਤਾ ਅਤੇ ਖੁਸ਼ ਹੋ ਕੇ ਕਿਹਾ ਕਿ ਗਰੀਬ ਦੀ ਕੁੱਲੀ ਵਿੱਚ ਅੱਜ ਭਗਵਾਨ ਕਿਵੇਂ ਆਏ? ਅਸੀਂ ਤਾਂ ਧੰਨ ਹੋ ਗਏ। ਪਰ ਭੋਲੇਨਾਥ ਜੀ ਬਹੁਤ ਕ੍ਰੋਧ ਵਿੱਚ ਸਨ ਅਤੇ ਗੁੱਸੇ ਵਿੱਚ ਬੋਲੇ, ਤੇਰੇ ਘਰ ਤੇਰੀ ਪਤਨੀ ਦੇ ਪੇਟ ਵਿੱਚ ਮੇਰਾ ਚੋਰ ਲੁਕਿਆ ਹੋਇਆ ਹੈ ਤੇ ਮੈਂ ਉਸ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਂ ਉਸ ਨੂੰ ਮਾਰ ਕੇ ਹੀ ਵਾਪਸ ਜਾਵਾਂਗਾ। ਰਿਸ਼ੀ ਜੀ ਕਹਿਣ ਲੱਗੇ, ਸੁਆਮੀ ਤੁਸੀਂ ਇਸ ਤਰ੍ਹਾਂ ਕਹੋਗੇ ਉਸ ਤਰ੍ਹਾਂ ਕਰਾਂਗੇ। ਜੇ ਆਪ ਜੀ ਦਾ ਆਗਿਆ ਹੋਵੇ ਤਾਂ ਸੁਆਮੀ ਮੈਂ ਆਪਣੀ ਪਤਨੀ ਨੂੰ ਮਾਰ ਕੇ ਉਸ ਦਾ ਪੇਟ ਕੱਟ ਕੇ ਪੰਛੀ ਨੂੰ ਬਾਹਰ ਕੱਢ ਲੈਂਦਾ ਹਾਂ। ਪਰ ਭਗਵਾਨ ਸ਼ੰਕਰ ਚੁੱਪਚਾਪ ਪੰਛੀ ਦੇ ਬਾਹਰ ਆਉਣ ਦੀ ਉਡੀਕ ਕਰ ਰਹੇ ਸਨ। ਭੋਲੇਨਾਥ ਨੇ ਡੇਰਾ ਲਾ ਕੇ ਬੈਠਣ ਕਾਰਨ ਸੰਸਾਰ ਦੇ ਸਾਰੇ ਕੰਮ ਰੁਕ ਗਏ ਅਤੇ ਸ਼ਿਵ ਭਗਤ ਦਰਸ਼ਨਾਂ ਤੋਂ ਵਾਂਝੇ ਰਹਿਣ ਲੱਗੇ। ਦੂਜੇ ਪਾਸੇ ਨਾਰਦ ਜੀ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗੇ। ਇਹ ਸਭ ਕੁਝ ਮੇਰੇ ਕਾਰਨ ਹੋਇਆ ਹੈ। ਨਾਰਦ ਜੀ ਭਗਵਾਨ ਸ਼ਿਵ ਤੋਂ ਮੁਆਫੀ ਮੰਗਣ ਦੀ
ਮਨਸ਼ਾ ਨਾਲ ਉੱਥੇ ਪੁੱਜੇ ਅਤੇ ਭਗਵਾਨ ਭੋਲੇਨਾਥ ਜੀ ਦੇ ਪੈਰਾਂ ਵਿੱਚ ਡਿੱਗ ਪਏ। ਕਹਿਣ ਲੱਗੇ, ਸਵਾਮੀ ਜੀ, ਮੈਨੂੰ ਮਾਫ਼ ਕਰਨਾ, ਇਹ ਸਭ ਕੁਝ ਮੇਰੇ ਕਰਕੇ ਹੋਇਆ ਹੈ। ਭਗਵਾਨ ਸ਼ਿਵ ਜੀ ਰੋਹ ਵਿੱਚ ਕਹਿਣ ਲੱਗੇ, ਨਾਰਦ ਜੀ, ਕਿਸੇ ਨੂੰ ਚੈਨ ਕਿਉਂ ਨਹੀਂ ਲੈਣ ਦਿੰਦੇ? ਕਿਤੇ ਅੱਗ ਲਾਉਂਦੇ ਹੋ, ਕਿਤੇ ਪਾਣੀ ਪਾਉਂਦੇ ਹੋ। ਮੈਂ ਤਾਂ ਉਸ ਪੰਛੀ ਨੂੰ ਮਾਰ ਕੇ ਦਮ ਲਵਾਂਗਾ। ਤਾਂ ਨਾਰਦ ਜੀ ਹੱਸ ਪਏ। ਭੋਲੇਨਾਥ ਜੀ, ਤੁਸੀਂ ਵਾਕਈ ਹੀ ਭੋਲੇ ਹੋ। ਉਹ ਪੰਛੀ ਨੇ ਆਪ ਪਾਸੋਂ ਅਮਰ ਕਥਾ ਸੁਣ ਲਈ ਹੈ। ਭਾਵੇਂ ਧੋਖੇ ਨਾਲ ਹੀ ਸਹੀ, ਉਹ ਅਮਰ ਹੋ ਚੁੱਕਿਆ ਹੈ। ਉਸ ਨੂੰ ਮਾਰਨ ਦਾ ਕੀ ਲਾਭ ਹੈ? ਭੋਲੇਨਾਥ ਨਾਰਦ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਉਹਨਾਂ ਨੂੰ ਅਹਿਸਾਸ ਹੋਇਆ, ਉਹ ਤਾਂ ਬੇਕਾਰ ਹੀ ਉੱਥੇ ਬੈਠੇ ਹਨ ਅਤੇ ਰਿਸ਼ੀ ਦੀ ਪਤਨੀ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਉਹ ਪੰਛੀ ਤਾਂ ਅਮਰ ਹੋ ਚੁੱਕਾ ਹੈ। ਹੁਣ ਭਗਵਾਨ ਸ਼ੰਕਰ ਜੀ ਨੇ ਪੰਛੀ ਨੂੰ ਆਵਾਜ਼ ਦਿੱਤੀ, ਬੇਟਾ ਬਾਹਰ ਆ ਜਾ, ਤੂੰ ਆਜ਼ਾਦ ਹੈ। ਬਾਹਰ ਆ ਕੇ ਰਿਸ਼ੀ ਪਤਨੀ ਨੂੰ ਸੁੱਖ ਦੇ। ਮੈਂ ਤੈਨੂੰ ਕੁਝ ਨਹੀਂ ਕਹਾਂਗਾ। ਹੁਣ ਤੂੰ ਹਮੇਸ਼ਾ ਲਈ ਅਮਰ ਹੋ ਚੁੱਕਾ ਹੈ। ਤੋਤੇ ਨੇ ਪੇਟ ਅੰਦਰੋਂ ਆਵਾਜ਼ ਦਿੱਤੀ, ਆਪ ਮੈਨੂੰ ਵਚਨ ਦਿਓ ਕਿ ਮੈਨੂੰ ਕੋਈ ਨਹੀਂ ਮਾਰੇਗਾ। ਭਗਵਾਨ ਸ਼ੰਕਰ ਜੀ ਨੇ ਕਿਹਾ, ਹਾਂ, ਮੈਂ ਵਚਨ ਦਿੰਦਾ ਹਾਂ, ਤੈਨੂੰ ਕੋਈ ਨਹੀਂ ਮਾਰੇਗਾ। ਫਿਰ ਤੋਤਾ ਬੋਲਿਆ, ਆਪ ਮੈਨੂੰ ਵਰ ਦਿਓ, ਜਿੰਨੇ ਵੀ ਮੇਰੇ ਨਾਲ ਜਨਮ ਲੈਣ ਸਭ ਅਮਰ ਹੋ ਜਾਣ। ਭਗਵਾਨ ਜੀ ਨੇ ਕਿਹਾ, ਮੈਂ ਵਚਨ ਦਿੰਦਾ ਹਾਂ, ਜਿੰਨੇ ਵੀ ਆਪ ਦੇ ਬਰਾਬਰ ਜਨਮ ਲਿਆ ਸਭ ਅਮਰ ਹੋ ਜਾਣਗੇ। ਇਸ ਤਰ੍ਹਾਂ ਤੋਤੇ ਨੇ ਇੱਕ ਬੱਚੇ ਦੇ ਰੂਪ ਵਿੱਚ ਜਨਮ ਲਿਆ ਅਤੇ ਸੁਖ ਰਿਸ਼ੀ ਦੇ ਨਾਮ ਨਾਲ ਪ੍ਰਸਿੱਧ ਹੋਇਆ ਅਤੇ ਉਸ ਦੇ ਨਾਲ ਹੀ 9 ਨਾਥ, 84 ਸਿੱਧ, 52 ਵੀਰ, 6 ਜਤੀ ਪੈਦਾ ਹੋਏ ਅਤੇ ਅਮਰ ਹੋਣ ਦਾ ਵਰ ਪ੍ਰਾਪਤ ਕੀਤਾ। ਬਾਬਾ ਬਾਲਕ ਨਾਥ ਜੀ ਵੀ ਉਹਨਾਂ ਵਿੱਚੋਂ ਇੱਕ ਸਨ।